ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਅੱਜ ਅਸੀਂ ਫੇਰ ਹਾਜ਼ਰ ਹੋਏ ਹਾਂ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਕੋਲੇ। ਜਾਣਨ ਦੀ ਕੋਸ਼ਿਸ਼ ਕਰਾਂਗੇ ਇੱਕ ਅਜਿਹੇ ਮੁੱਦੇ ਸੰਬੰਧੀ ਜਾਣਕਾਰੀ ਕਿ ਪੋਪੂਲੇਸ਼ਨ ਯਾਨੀ ਕਿ ਜਿਹੜੀ ਆਪਣੀ ਜਨਸੰਖਿਆ ਹੈ ਉਹ ਕਿਸ ਤੇਜ਼ੀ ਨਾਲ ਵੱਧ ਰਹੀ ਹੈ। ਰੌਲਾ ਪੈ ਰਿਹਾ ਅੱਜ ਸਰਕਾਰਾਂ ਹਰ ਗੱਲ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਜਨਸੰਖਿਆ ਦੇ ਉੱਤੇ ਸੁੱਟ ਦਿੰਦੀ ਹੈ ਕਿ ਜਿਹੜੀ ਜਨਸੰਖਿਆ ਵੱਧ ਰਹੀ ਹੈ ਇਸ ਕਰਕੇ ਜਿਹੜੇ ਆ ਸਾਡੇ ਕੋਲ ਸਾਧਨ ਘੱਟ ਨੇ। ਸਾਰੇ ਪਾਸੇ ਜਿਹੜਾ ਪ੍ਰੋਬਲਮਸ ਆ ਰਹੀਆਂ ਨੇ ਉਹ ਵੱਧਦੀ ਜਨਸੰਖਿਆ ਕਰਕੇ ਆ ਰਹੀਆਂ ਨੇ। ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਹੀ ਇਹ ਪ੍ਰੋਬਲਮ ਹੈ ਕਿ ਜਾਂ ਫਿਰ ਇਹਦੇ ਪਿੱਛੇ ਵੀ ਕੋਈ ਮਿੱਥ ਹੈ ਜਾਂ ਇਹਦੇ ਪਿੱਛੇ ਵੀ ਕੋਈ ਹੋਰ ਕਾਰਨ ਨੇ ਜਿਹੜੇ ਆਪਾਂ ਨੂੰ ਦਿਖ ਨਹੀਂ ਰਹੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ ਇੱਕ ਜਿਹੜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਹੈ ਕਿ ਇੱਕ ਅੱਜ ਸਭ ਤੋਂ ਵੱਡਾ ਸਰਕਾਰਾਂ ਕੋਲੇ ਜਿਹੜਾ ਸਭ ਤੋਂ ਵੱਡਾ ਜੇਕਰ ਆਪਾਂ ਬਹਾਨਾ ਦੇਖੀਏ ਕਿਸੇ ਚੀਜ਼ ਤੋਂ ਪਿੱਛਾ ਛੁਡਾਉਣ ਦਾ ਤਾਂ ਉਹ ਇੱਕੋ ਹੀ ਹੈ ਕਿ ਜੀ ਜਨਸੰਖਿਆ ਵੱਧ ਗਈ। ਭਾਰਤ ਦੀ ਜਨਸੰਖਿਆ ਜਿਹੜੀ ਇਸ ਵੇਲੇ ਜਿਹੜੀ ਚਾਈਨਾ ਨੂੰ ਪਾਰ ਕਰਨ ਵਾਲੀ ਹੈ ਅਤੇ ਇਸ ਕਰਕੇ ਜਿਹੜਾ ਸਾਡੇ ਕੋਲ ਰਿਸੋਰਸਿਸ ਘੱਟ ਨੇ ਅਤੇ ਅਸੀਂ ਉਹਦੇ ਅੰਦਰ ਰਹਿ ਕੇ ਵੀ ਫਿਰ ਦੇਖੋ ਜੀ ਕਿੰਨਾ ਵਿਕਾਸ ਕਰ ਰਹੇ ਹਾਂ ਅਤੇ ਇਹਦੇ ਨਾਲ ਜਿਹੜਾ ਪਬਲਿਕ ਨੂੰ ਇਸ ਚੀਜ਼ ਨੂੰ ਸਮਝਣਾ ਪਏਗਾ ਕਿ ਵਾਕਿਆ ਹੀ ਜਿਹੜੀ ਹੈ ਇੰਨੀ ਤੇਜ਼ੀ ਨਾਲ ਸਾਡੀ ਜਨਸੰਖਿਆ ਵੱਧ ਰਹੀ ਹੈ ਕਿ ਜਾਂ ਫਿਰ ਇਹਦੇ ਪਿੱਛੇ ਵੀ ਕੋਈ ਲੁਕਵਾਂ ਸੱਚ ਹੈਗਾ ਜਿਹੜਾ ਆਪਾਂ ਨੂੰ ਪਤਾ ਨਹੀਂ ਹੈ ਕਿਸੇ ਨੂੰ ਵੀ। ਕੁਲਵੰਤ ਜੀ, ਇਹ ਇੱਕ ਐਡਾ ਵੱਡਾ ਝੂਠ ਹੈ, ਫਰਾਡ ਹੈ ਜਿਹੜਾ ਪਿਛਲੇ 100 ਸਾਲ ਤੋਂ ਵੀ ਵੱਧ ਸਮੇਂ ਤੋਂ ਬੋਲਿਆ ਜਾ ਰਿਹਾ ਜੀ। ਔਰ ਇੰਨੀ ਜ਼ਿਆਦਾ ਵਾਰੀ ਬੋਲਿਆ ਗਿਆ ਹੈ ਕਿ ਹਰ ਬੰਦਾ ਜਿਹਨੂੰ ਅਸੀਂ ਜਿਹੜਾ ਖਾਤੀ ਪੜ੍ਹਿਆ ਲਿਖਿਆ ਹੈ ਉਹ ਸਾਰਾ ਇੱਕ ਵੀ ਕਹਿੰਦਾ ਵੀ ਆਬਾਦੀ ਵੱਧ ਗਈ ਜੀ ਤਾਂ ਕਰਕੇ ਸਮੱਸਿਆਵਾਂ ਨੇ। ਹਾਲਾਂਕਿ ਆਬਾਦੀ ਵੱਧ ਗਈ ਦਾ ਸਮੱਸਿਆਵਾਂ ਨਾਲ ਕੋਈ ਤਲਕ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ। ਸਮੱਸਿਆਵਾਂ ਜਿਹੜੀਆਂ ਨੇ ਉਹ ਮਿਸ ਮੈਨੇਜਮੈਂਟ ਅਤੇ ਇੱਕ ਮਾਡਲ ਕਰਕੇ ਹੁੰਦੀਆਂ ਨੇ ਕਿ ਤੁਹਾਡਾ ਵਿਕਾਸ ਦਾ ਮਾਡਲ, ਤੁਹਾਡਾ ਖੇਤੀ ਦਾ ਮਾਡਲ, ਤੁਹਾਡਾ ਸਮਾਜ ਦਾ ਮਾਡਲ ਗਲਤ ਹੈ। ਇਸ ਕਰਕੇ ਸਮੱਸਿਆਵਾਂ ਨੇ। ਆਬਾਦੀ ਦੇ ਵੱਧ ਇਹਨਾਂ ਦਾ ਕੋਈ ਤਲਕ ਨਹੀਂ ਹੈ। ਆਬਾਦੀ ਤਾਂ ਉਲਟਾ ਸਮੱਸਿਆਵਾਂ ਨੂੰ ਹੱਲ ਕਰਦੀ ਹੈ। ਜੇ ਉਹਨੂੰ ਠੀਕ ਢੰਗ ਨਾਲ ਤੁਸੀਂ ਮੈਨੇਜ ਕਰ ਲਓ ਤਾਂ ਸਮੱਸਿਆਵਾਂ ਆਬਾਦੀ ਦੇ ਸਿਰ 'ਤੇ ਦੇਖੋ ਚੀਨ ਸਭ ਤੋਂ ਅੱਗੇ ਲੰਘਿਆ ਨਾ, ਆਬਾਦੀ ਦੇ ਸਿਰ 'ਤੇ ਲੰਘਿਆ, ਉਹਦੇ ਕੋਲ ਆਬਾਦੀ ਸੀਗੀ। ਤਾਂ ਇਸ ਕਰਕੇ ਆਬਾਦੀ ਦਾ ਕੋਈ ਤਲਕ ਨਹੀਂ ਇਹਦੇ ਨਾਲ। ਇਹ ਬਹੁਤ ਵੱਡਾ ਫਰਾਡ ਹੈ। ਅਤੇ ਇੱਕ ਚੀਜ਼ ਜਿਹੜੀ ਹੈਗੀ ਆ TFR ਜਿਹੜਾ ਇਹ ਟੋਟਲ ਫਰਟੀਲਿਟੀ ਰੇਟ ਜਿਹੜਾ ਇਹ ਕੀ ਹੈਗਾ ਕਿ ਇੱਕ ਔਰਤ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਬੱਚੇ ਪੈਦਾ ਕਰ ਸਕਦੀ ਹੈ, ਇਸ ਤਰ੍ਹਾਂ ਇਹਦੀ ਕੀ ਰੇਸ਼ੋ ਹੈ ਅਤੇ ਕੀ ਇਹਦੇ ਪਿੱਛੇ ਦੀ ਸੱਚ ਆਈ? ਹਾਂ, ਇਹ ਜਿਹੜਾ TFR ਹੈ ਨਾ, ਅਸਲ 'ਚ ਇਹੀ ਸਭ ਤੋਂ ਵੱਡਾ ਆਰਗੂਮੈਂਟ ਹੈ ਜਿਹੜਾ ਕਿ ਜੋ ਇਹ ਬੋਲ ਰਹੇ ਹੈ ਉਹਦਾ ਝੂਠ ਹੋਣ ਦਾ ਇੱਕ ਸਬੂਤ ਹੈ। ਇਹ ਕਹਿੰਦੇ ਹੈ ਕਿ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਖਾਸ ਕਰਕੇ ਏਸ਼ੀਆ ਅਤੇ ਅਫਰੀਕਾ ਦੇ ਮੁਲਕਾਂ ਦੀ, ਅਤੇ ਇਹ ਜਿਹੜੇ ਵਾਧਾ ਹੈ ਇਹ ਜਿਹੜਾ ਬਿਲ ਗੇਟਸ ਵਰਗੇ ਔਰ ਜਿਹੜੀਆਂ ਸੰਸਾਰ ਸਿਹਤ ਸੰਸਥਾ ਹੈ ਜਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਜਾਂ IMF ਹੈ, ਸਾਰੀ ਇਹ ਰੌਲੀ ਪਾਉਂਦੇ ਹੈ ਕਿ ਆਬਾਦੀ ਦਾ ਘਟਣਾ ਬਹੁਤ ਬੇਹੱਦ ਜ਼ਰੂਰੀ ਹੈ। ਔਰ ਬਿਲ ਗੇਟਸ ਵਰਗੇ ਬੰਦੇ ਉਸ ਤੋਂ ਵੀ ਅੱਗੇ ਚਲੇ ਜਾਂਦੇ ਜਿਹੜੇ ਕਹਿੰਦੇ ਕਿ ਆਬਾਦੀ ਘਟਾਉਣੀ ਜ਼ਰੂਰੀ ਹੈ। ਡੀਪਾਪੂਲੇਸ਼ਨ ਕਹਿੰਦੇ ਆ ਕਿ ਆਬਾਦੀ ਜਿਹੜੀ ਦੁਨੀਆ ਦੀ ਜੇ ਨਹੀਂ ਘਟਾਓਗੇ ਤਾਂ ਜਿਹੜਾ ਇਹ ਧਰਤੀ ਹੈ ਗਰਕ ਹੋ ਜਾਣੀ ਹੈ। ਉਹ ਇਸ ਲੈਵਲ ਤੱਕ ਚਲੇ ਜਾਂਦੇ ਆ ਜਿਹੜਾ ਕਿ ਫਰਾਡ ਦੀ ਹੱਦ ਹੈ। ਫਰਾਡ ਦੀ ਹੱਦ ਹੈ। ਪ੍ਰੂਫ ਬਿਲਕੁਲ ਉਲਟ ਹੈ, ਇਹਦੇ ਸਬੂਤ ਇਹਦੇ ਬਿਲਕੁਲ ਉਲਟ ਨੇ ਕਿ ਆਬਾਦੀ ਦੁਨੀਆ ਦੀ ਬਿਲਕੁਲ ਵੀ ਇਹੋ ਜਿਹੀ ਕੋਈ ਡੇਂਜਰਸ ਲੈਵਲ 'ਤੇ ਨਹੀਂ ਵੱਧ ਰਹੀ। ਪੂਰੀ ਦੀ ਪੂਰੀ ਅਗਲਿਆਂ ਨੇ ਸਾਇੰਟੀਫਿਕਲੀ ਪ੍ਰੈਡਿਕਸ਼ਨ ਕਰਤੀ ਹੈ ਕਿ 2050 ਤੱਕ ਆਬਾਦੀ ਸਟੇਬਲਾਈਜ਼ ਹੋਣ ਜਾ ਰਹੀ ਹੈ, ਨਿਊਟਰਲ ਹੋਣ ਜਾ ਰਹੀ ਹੈ। ਜਿੰਨੀ ਆਬਾਦੀ ਹੈਗੀ ਉੱਥੇ ਖੜਨ ਜਾ ਰਹੀ ਹੈ ਅਤੇ 60 ਤੋਂ ਔਨਵਰਡ ਆਬਾਦੀ ਡਿਕਲਾਈਨ ਕਰੇਗੀ, ਯਾਨੀ ਕਿ ਥੱਲੇ ਜਾਣ ਲੱਗ ਜਾਏਗੀ। ਮਤਲਬ ਰੇਸ਼ੋ ਘਟ ਜਾਏਗੀ। ਹਾਂ, ਕਿਉਂਕਿ ਨੈਚੁਰਲ ਟ੍ਰੈਂਡ ਹੈ ਫੈਮਿਲੀ ਦੇ ਅੰਦਰ ਉਹ ਘੱਟ ਬੱਚਿਆਂ ਵਾਲਾ। ਕਿੱਥੇ ਜਿਹੜੀ TFR ਦੀ TFR ਦਾ ਆਰਗੂਮੈਂਟ ਲੈ ਲਈਏ ਪਹਿਲਾਂ ਆਪਾਂ। TFR ਦਾ ਮਤਲਬ ਟੋਟਲ ਫਰਟੀਲਿਟੀ ਰੇਟ, ਯਾਨੀ ਕਿ ਇੱਕ ਔਰਤ ਆਪਣੇ ਲਾਈਫ ਟਾਈਮ 'ਚ ਕਿੰਨੇ ਬੱਚੇ ਪੈਦਾ ਕਰਦੀ ਹੈ। 2 ਜਣੇ ਰਲ ਕੇ ਪੈਦਾ ਕਰਦੇ ਨਾ ਬੱਚਾ, ਅਤੇ ਇਹਦਾ ਮਤਲਬ 2 ਬੱਚੇ ਹੋ ਗਏ ਤਾਂ ਬਰਾਬਰ ਹੋ ਗਿਆ। 2 ਬੰਦਿਆਂ ਨੇ 2 ਬੱਚੇ ਪੈਦਾ ਕੀਤੇ ਤਾਂ ਬਰਾਬਰ ਹੋ ਗਿਆ। ਵਿਗਿਆਨਕ ਕਹਿੰਦੇ ਆ ਕਿ ਇਸ ਤੋਂ ਥੋੜ੍ਹਾ ਜਿਹਾ ਹਲਕਾ ਜਿਹਾ ਉੱਪਰ ਰੱਖੋ ਤਾਂ ਕਿ ਯੰਗ ਪਾਪੂਲੇਸ਼ਨ ਥੋੜ੍ਹੀ ਜਿਹੀ ਜ਼ਿਆਦਾ ਰਹੇ, ਕਿਉਂਕਿ ਸਮਾਜ ਦੇ ਅੰਦਰ ਜਿਹੜੇ ਐਕਟਿਵ ਪਾਪੂਲੇਸ਼ਨ ਹੁੰਦੀ ਹੈ, ਜਿਹਨੇ ਆਰਥਿਕਤਾ ਡੀਲ ਕਰਨੀ ਹੈ, ਜਿਹਨੇ ਸਮਾਜ ਨੂੰ ਚਲਾਉਣਾ ਹੈ, ਉਹ ਯੰਗ ਹੁੰਦੇ ਆ। ਬੁੱਢੇ ਜਿਹੜੇ ਹੁੰਦੇ ਆ ਉਹ ਡਿਪੈਂਡੈਂਟ ਹੋ ਜਾਂਦੇ ਆ। ਇਸ ਕਰਕੇ ਬੁੱਢਿਆਂ ਦੀ ਪਾਪੂਲੇਸ਼ਨ ਜ਼ਿਆਦਾ ਨਹੀਂ ਹੋਣੀ ਚਾਹੀਦੀ, ਯੰਗ ਦੀ ਪਾਪੂਲੇਸ਼ਨ ਵੱਧ ਹੋਣੀ ਚਾਹੀਦੀ। ਇਸ ਕਰਕੇ 2.1 ਹੋਣੀ ਚਾਹੀਦੀ ਹੈ। ਸੋ ਡੈਮੋਗ੍ਰਾਫਰ ਸਾਰੇ ਦੁਨੀਆ ਦੇ ਡੈਮੋਗ੍ਰਾਫਰ ਇਸ ਗੱਲ 'ਤੇ ਸਹਿਮਤ ਨੇ ਕਿ 2.1 ਤੋਂ TFR ਘਟਣਾ ਨਹੀਂ ਚਾਹੀਦਾ ਜੀ। ਅੱਜ ਹਾਲਤ ਕੀ ਹੈ? ਹਾਲਤ ਇਹ ਹੈ ਕਿ ਇੰਡੀਆ ਦਾ ਐਵਰੇਜ TFR 2.2 ਹੈ ਸਿਰਫ, ਜਿਹੜਾ ਕਿ ਕਿਸੇ ਟਾਈਮ 'ਤੇ 5 ਹੁੰਦਾ ਸੀਗਾ। ਅੱਜ ਤੋਂ 50 60 70 ਸਾਲ ਪਹਿਲਾਂ 5 ਸੀਗਾ, ਯਾਨੀ ਕਿ ਐਵਰੇਜ 5 ਬੱਚੇ ਜੰਮਦੀ ਸੀ ਇੱਕ ਜਿਹੜੀ ਮਾਂ ਸੀਗੀ, ਇੱਕ ਔਰਤ ਸੀਗੀ। ਅੱਜ ਉਹ ਐਵਰੇਜ 2.2 ਬੱਚੇ ਜੰਮ ਰਹੀ ਹੈ। 2.1 ਚਾਹੀਦਾ। ਕਿਤੇ ਕਿੰਨੀ ਕਸਰ ਰਹਿ ਗਈ ਇਸ ਗੱਲ ਦੇ ਬਾਵਜੂਦ ਕਿ ਸਾਡੀਆਂ ਕੁਝ ਸਟੇਟਾਂ ਨੇ ਜਿੱਥੇ TFR ਜਿਹੜਾ 3 ਜਾਂ 3 ਦੇ ਲਗਭਗ ਹੈ। ਬਾਕੀ ਜਿਹੜੇ ਮਤਲਬ ਸਟੇਟਾਂ ਗਣਾ ਦਾ ਜਿਹੜੀਆਂ 2 ਤੋਂ ਘੱਟ ਨੇ। ਪੰਜਾਬ ਦਾ TFR 1.7 ਹੈ। ਇਹਦਾ ਮਤਲਬ ਪੰਜਾਬ ਦੀ ਆਬਾਦੀ ਤਾਂ ਘੱਟ ਰਹੀ ਉਲਟਾ। ਔਰ ਉਹਦਾ ਨੈਟ ਰਿਜ਼ਲਟ ਕੀ ਹੋ ਰਿਹਾ ਕਿ ਸਾਨੂੰ UP ਤੋਂ, ਬਿਹਾਰ ਤੋਂ ਔਰ ਹੋਰ ਥਾਵਾਂ ਤੋਂ ਜਿਹੜੇ ਨੇ ਲੇਬਰ ਲੈਣੀ ਪੈ ਰਹੀ ਹੈ। ਇਹ ਸਪਸ਼ਟ ਨਾ। ਅੱਜ ਤੁਸੀਂ ਉਹਦੇ ਤੋਂ ਬਣਾ ਸਾਰ ਕੇ ਦਿਖਾ ਦਿਓ। ਜੇ ਮੰਨ ਲਓ ਕੱਲ੍ਹ ਨੂੰ UP ਵਿੱਚ ਸਿਰਾ ਪੈ ਜਾਵੇ 1.7 'ਤੇ ਆ ਜਾਏ ਤਾਂ ਉਹ ਲੇਬਰ ਸਾਡੇ ਕੋਲ ਥੋੜ੍ਹਾ ਆਊਗੀ।
ਉਹ ਤਾਂ ਆਪਣੇ ਆਪਣਾ ਕੰਮ ਕਰਨਗੇ ਤਾਂ ਅਸੀਂ ਕਿੱਥੋਂ ਪੈਦਾ ਕਰ ਲਾਂਗੇ ਜਦ ਸਾਡੀ ਖੜ ਜਾਏਗੀ ਆਰਥਿਕਤਾ। ਉਹ 1.7 ਇਕੱਲੇ ਪੰਜਾਬ ਦੀ ਨਹੀਂ ਹੈ, ਆਂਧਰਾ ਦੀ 1.7 ਹੈ, ਗੋਆ ਦੀ 1.3 ਹੈ, ਗੁਜਰਾਤ ਦੀ 1.9 ਹੈ, ਹਿਮਾਚਲ ਦੀ 1.7 ਹੈ, ਕਰਨਾਟਕਾ ਦੀ 1.7 ਹੈ, ਕੇਰਲਾ ਦੀ 1.6 ਹੈ, ਮਹਾਰਾਸ਼ਟਰ ਦੀ 1.7 ਹੈ, ਮਨੀਪੁਰ ਦੀ 1.9 ਹੈ, ਮਿਜ਼ੋਰਮ ਦੀ 1.9 ਹੈ, ਉੜੀਸਾ ਦੀ 2.1 ਪੂਰੀ ਹੈ, ਸਿੱਕਮ ਦੀ 1.1 ਰਹਿ ਗਈ ਹੈ, ਤਾਮਿਲਨਾਡੂ ਦੀ 1.7 ਹੈ, ਤ੍ਰਿਪੁਰਾ ਦੀ 1.7 ਹੈ, ਤੇਲੰਗਾਨਾ ਦੀ 1.6 ਹੈ, ਵੈਸਟ ਬੰਗਾਲ ਦੀ 1.6 ਹੈ। ਕੋਈ ਸਿਰਫ- ਹੈ ਜਾਂ 2 ਹਾਂ, ਸਿਰਫ 7 ਸਟੇਟਾਂ ਨੇ ਜਿਹੜੀਆਂ ਕਿ 2.1 ਤੋਂ ਉੱਪਰ ਨੇ। ਬਿਹਾਰ ਸਭ ਤੋਂ ਉੱਪਰ ਹੈ, 3 ਹੈ, ਉਹਦੀ ਬਹੁਤ ਜ਼ਿਆਦਾ ਨਹੀਂ ਹੈ। ਜਿਹੜੀ ਬਿਹਾਰ ਦੀ ਕਿਸੇ ਵੇਲੇ 6-7 ਸੀਗੀ, 7 ਤੋਂ ਮੁੜੇ ਆ ਇਹ, ਤਾਂ ਉਹਦੀ ਇਸ ਵੇਲੇ 3 ਰਹਿ ਗਈ ਹੈ। ਉਹਦੇ ਉਸ ਤੋਂ ਇਲਾਵਾ ਤੁਹਾਡਾ ਸੈਕਿੰਡ ਹੈਗਾ ਮੱਧ ਪ੍ਰਦੇਸ਼ 2.9 ਹੈ, ਤੀਸਰਾ ਹੈਗਾ ਰਾਜਸਥਾਨ 2.8 ਹੈ। ਤੋ ਇਹ ਸਾਰੀਆਂ 6 ਜਾਂ 7 ਸਟੇਟਾਂ ਨੇ ਜਿਹੜੀਆਂ ਕਿ 2.1 ਤੋਂ ਉੱਪਰ ਨੇ, ਨਹੀਂ ਤਾਂ ਲਗਭਗ ਸਾਰੀਆਂ ਸਟੇਟਾਂ ਜਿਹੜੀਆਂ 2.1 ਤੇ 1 ਤੋਂ ਥੱਲੇ ਆ ਰਹੀਆਂ ਨੇ, ਔਰ ਇੰਨੀਆਂ ਥੱਲੇ ਚਲੇ ਗਈਆਂ ਕਿ ਐਵਰੇਜ ਫਿਰ ਵੀ ਰਲਾ ਕੇ ਇੰਡੀਆ ਦੀ 2.2 ਹੈ, ਜਦੋਂ ਕਿ ਦੁਨੀਆ ਦੀ ਐਵਰੇਜ ਕੀ ਹੈ 2.5। ਅਸੀਂ ਦੁਨੀਆ ਦੀ ਐਵਰੇਜ ਤੋਂ ਵੀ ਥੱਲੇ ਆ ਚੁੱਕੇ ਹਾਂ, ਔਰ ਸਾਨੂੰ ਸਾਡੀ ਆਬਾਦੀ ਨੂੰ ਲਗਾਤਾਰ ਅਸੀਂ ਉਹਨਾਂ ਨੂੰ ਐ ਦੋਸ਼ ਦੇ ਰਹੇ ਹਾਂ ਵੀ ਜਿਵੇਂ ਕੋਈ ਅਸੂਰ ਨੇ ਅਤੇ ਵੱਧੀ ਫੁੱਡੀ ਜਾਂਦੇ ਆ, ਅਤੇ ਮਤਲਬ ਦੋਸ਼ ਦੇ ਰਹੇ ਹਾਂ ਅਸੀਂ ਕਿ ਤੁਸੀਂ ਵੱਧੀ ਬਹੁਤ ਜ਼ਿਆਦਾ ਤਾਂ ਕਰਕੇ ਗਰੀਬ ਹੋ। ਇੱਕ ਮਤਲਬ ਆਰਗੂਮੈਂਟ ਇਹ ਬਣਾ ਲਿਆ ਕਿ ਲੋਕਾਂ ਨੂੰ ਕਹੀ ਜਾਣਾ ਕਿ ਤੁਸੀਂ ਗਰੀਬ ਕਿਉਂ, ਕਿਉਂਕਿ ਤੁਹਾਡੇ ਬੱਚੇ ਬਹੁਤ ਜ਼ਿਆਦਾ ਨੇ। ਅੱਛਾ, ਇੱਕ ਜਿਹੜੀ ਚੀਜ਼ ਹੈ ਡਾਕਟਰ ਸਾਹਿਬ ਕਿ ਇਹ ਵੀ ਜਿਹੜਾ ਧਾਰਨਾ ਜਾਂ ਇਹ ਵੀ ਜਿਹੜੀ ਹੈ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਾਡੇ ਕੋਲ ਰਿਸੋਰਸਿਸ ਲਿਮਿਟਿਡ ਨੇ ਅਤੇ ਤੁਸੀਂ ਪੋਪੂਲੇਸ਼ਨ ਕੰਟਰੋਲ ਕਰੋ, ਨਹੀਂ ਤਾਂ ਜਿਹੜਾ ਉਹ ਸਾਨੂੰ ਜਿਹੜੇ ਇਹ ਪੋਪੂਲੇਸ਼ਨ ਹੀ ਸਾਡਾ ਜਿਹੜਾ ਐਸਾ ਬਲਾਸਟ ਹੋਏਗਾ ਅਤੇ ਸਾਨੂੰ ਇਹ ਪੋਪੂਲੇਸ਼ਨ ਹੀ ਖਾ ਜਾਏਗਾ। ਕਿ ਇਹਦੇ ਵਿੱਚ ਕੋਈ ਸੱਚਾਈ ਹੈ? ਨਹੀਂ, ਬਿਲਕੁਲ ਵੀ ਕੋਈ ਸੱਚਾਈ ਨਹੀਂ ਹੈ। ਜਿਹੜੀਆਂ ਰਿਸੋਰਸਿਸ ਨੇ, ਪਹਿਲੀ ਗੱਲ ਤਾਂ ਜਿਹੜੀਆਂ ਰਿਸੋਰਸਿਸ ਕਿਹੜੀਆਂ ਰਿਸੋਰਸਿਸ ਨੇ ਜਿਹੜੀਆਂ ਮੁੱਕਣ ਵਾਲੀਆਂ ਹੁੰਦੀਆਂ ਨੇ। ਜਿਹੜੀਆਂ ਨੇਚਰ ਦੀਆਂ ਆਪਣੀਆਂ ਰਿਸੋਰਸਿਸ ਨੇ, ਮਿੱਟੀ ਕਦੀ ਨਹੀਂ ਮੁੱਕਦੀ, ਮਿੱਟੀ ਦੀ ਫਰਟੀਲਿਟੀ ਕਦੀ ਨਹੀਂ ਘਟਦੀ, ਜੇ ਉਹਨੂੰ ਇਕੋਲੋਜੀਕਲ ਖੇਤੀ ਹੋਵੇ ਤਾਂ। ਪਾਣੀ ਕਦੀ ਨਹੀਂ ਘਟਦਾ, ਹਵਾ ਕਦੀ ਨਹੀਂ ਘਟਦੀ, ਖੇਤੀ ਕਦੀ ਥੱਲੇ ਨਹੀਂ ਜਾਂਦੀ। ਅੱਜ ਸਾਇੰਟਿਸਟਾਂ ਨੇ ਕਹਿ ਦਿੱਤਾ ਕਿ ਜਿੰਨੀ ਧਰਤੀ 'ਤੇ ਇਸ ਵੇਲੇ ਫੂਡ ਪੈਦਾ ਕਰਨ ਦੀ ਸਮਤਾ ਹੁਣ ਬਣ ਚੁੱਕੀ ਹੈ, 10 ਗੁਣਾ ਆਬਾਦੀ ਵੀ ਹੋਵੇ ਤਾਂ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ। ਔਰ ਤੁਸੀਂ ਹਿੰਦੁਸਤਾਨ ਦਾ ਹਾਲ ਦੇਖ ਲਿਆ, ਹਿੰਦੁਸਤਾਨ ਦਾ ਮੰਤਰੀ ਕਹਿ ਰਿਹਾ ਸਾਡੇ ਕੋਲ 5 ਸਾਲ ਦਾ ਐਡਵਾਂਸ ਪਿਆ ਅਨਾਜ। ਸੋ ਇਹਦਾ ਮਤਲਬ ਹੈ ਰਿਸੋਰਸਿਸ 2 ਤਰ੍ਹਾਂ ਦੀਆਂ ਨੇ। ਇੱਕ ਰਿਸੋਰਸਿਸ ਉਹਨਾਂ ਜਿਹੜੀਆਂ ਕਿ ਖਤਮ ਹੋਣ ਵਾਲੀਆਂ ਨੇ, ਜਿਵੇਂ ਕਿ ਆਇਲ ਹੈ ਫਾਰ ਐਗਜ਼ਾਮਪਲ। ਹੁਣ ਆਇਲ ਤਾਂ ਮੁੱਕਣਾ ਹੀ ਮੁੱਕਣਾ। ਤੁਸੀਂ ਆਇਲ ਬੇਸਡ ਇਕੋਨਮੀ ਅਗਰ ਪ੍ਰਮੋਟ ਕਰੋਗੇ ਤਾਂ ਉਹ ਤੁਹਾਡਾ ਮਾਡਲ ਗਲਤ ਹੈ। ਤੁਸੀਂ ਆਇਲ ਬੇਸਡ ਇਕੋਨਮੀ ਪ੍ਰਮੋਟ ਕਿਉਂ ਕਰਦੇ ਹੋ? ਜਣਾ ਖਣਾ ਟਰੈਕਟਰ ਲਈ ਫਿਰਦਾ, ਜਣਾ ਖਣਾ ਕਾਰ ਲਈ ਫਿਰਦਾ। ਤੁਸੀਂ ਪਬਲਿਕ ਟਰਾਂਸਪੋਰਟ ਸਿਸਟਮ ਡਿਵੈਲਪ ਕਰੋ। ਤਾਂ ਉਹ ਤੁਹਾਡਾ ਉਹ ਸਮੱਸਿਆਵਾਂ ਡਿਵੈਲਪਮੈਂਟ ਦੇ ਗਲਤ ਮਾਡਲ ਦੀਆਂ ਨੇ, ਨਾ ਕਿ ਓਵਰ ਪਾਪੂਲੇਸ਼ਨ ਦੀਆਂ ਨੇ। ਇਹ ਓਵਰ ਪਾਪੂਲੇਸ਼ਨ ਦੀਆਂ ਸਮੱਸਿਆਵਾਂ ਨਹੀਂ ਹੈਗੀਆਂ, ਇਹ ਗਲਤ ਮਾਡਲ ਹੈ, ਖੇਤੀ ਦਾ ਗਲਤ ਮਾਡਲ ਹੈ। ਤੁਸੀਂ ਇੰਨਾ ਜ਼ਿਆਦਾ ਮਹਿੰਗਾ ਔਰ ਇੰਨਾ ਜ਼ਿਆਦਾ ਖੇਤੀ ਦਾ ਮਾਡਲ ਕੈਮੀਕਲ ਬੇਸਡ ਕਰਤਾ, ਅਨਇਕੋਲੋਜੀਕਲ ਕਰਤਾ ਕਿ ਤੁਸੀਂ ਧਰਤੀ ਦਾ ਸੱਤਿਆਨਾਸ਼ ਮਾਰੀ ਜਾ ਰਹੇ ਹੋ। ਉਹ ਮਾਡਲ ਕਰਕੇ ਵੱਜ ਰਿਹਾ। ਪਾਣੀ ਦਾ ਮੁੱਕਣ ਦੇ ਕੰਢੇ ਆ ਗਿਆ, ਪਾਣੀ ਦਾ ਸੱਤਿਆਨਾਸ਼ ਮਾਰ ਰਹੇ ਹੋ, ਉਹ ਤੁਹਾਡੇ ਗਲਤ ਮਾਡਲ ਕਰਕੇ ਹੈ। ਤੁਹਾਡਾ ਜਿਹੜਾ ਹਵਾ ਹੈ ਤੁਸੀਂ ਖਰਾਬ ਕਰਤੀ, ਉਹ ਗਲਤ ਮਾਡਲ ਕਰਕੇ ਹੈ। ਜੇ ਤੁਸੀਂ ਪੈਟਰੋਕੈਮੀਕਲਸ ਬੰਦ ਕਰ ਦਿਓ ਤਾਂ ਹਵਾ ਬਿਲਕੁਲ ਸਾਫ਼ ਹੋ ਜਾਏਗੀ। ਤੋ ਇਹ ਕਿਤੇ ਨਾ ਕਿਤੇ ਜਿਹੜੀਆਂ ਸਮੱਸਿਆਵਾਂ ਮਿਸਮੈਨੇਜਮੈਂਟ ਦੀਆਂ ਨੇ, ਜਿਹੜਾ ਕਿ ਕੈਪੀਟਲਿਸਟ ਸਿਸਟਮ ਹੈ, ਜਿਹੜਾ ਕਿ ਪ੍ਰੋਫਿਟ ਓਰੀਐਂਟਡ ਹੈ, ਜਿਹਨੇ ਕਿ ਸਾਨੂੰ ਗਲਤ ਰਾਹ 'ਤੇ ਪਾਤਾ ਕਿ ਵੱਧ ਤੋਂ ਵੱਧ ਚੀਜ਼ਾਂ ਪੈਦਾ ਕਰੋ, ਵੱਧ ਤੋਂ ਵੱਧ ਕੰਜ਼ਿਊਮ ਕਰੋ ਅਤੇ ਉਹਦੇ 'ਚ ਸ਼ਾਇਦ ਖੁਸ਼ੀ ਮਿਲ ਜਾਏਗੀ। ਹਾਲਾਂਕਿ ਉਹ ਮਾਡਲ ਬਿਲਕੁਲ ਰਿਜੈਕਟ ਹੋ ਚੁੱਕਾ ਦੁਨੀਆ 'ਚ ਕਿ ਵੱਧ ਤੋਂ ਵੱਧ ਚੀਜ਼ਾਂ ਵਰਤਣ ਨਾਲ ਖੁਸ਼ੀ ਨਹੀਂ ਮਿਲਦੀ। ਖੁਸ਼ੀ ਮਿਲਦੀ ਹੈ ਖਾਸ ਕਿਸਮ ਦੇ ਹਿਊਮਨ ਰਿਲੇਸ਼ਨਸ਼ਿਪਸ ਨਾਲ, ਖਾਸ ਕਿਸਮ ਦੇ ਸਮਾਜ ਨਾਲ, ਖਾਸ ਕਿਸਮ ਦੇ ਸੱਭਿਆਚਾਰ ਦੇ ਨਾਲ। ਉਹ ਖੁਸ਼ੀ ਹੁੰਦੀ ਹੈ। ਜਿਵੇਂ ਭੂਟਾਨ ਦਾ ਰਾਜਾ ਕਹਿੰਦਾ ਕਿ ਸਾਡਾ ਗ੍ਰੋਸ ਉਹ ਨਹੀਂ ਹੈ, ਪ੍ਰੋਡਕਸ਼ਨ ਇੰਡੈਕਸ ਨਹੀਂ ਹੈ, ਗ੍ਰੋਸ ਪ੍ਰੋਡਕਟਿਵਿਟੀ ਇੰਡੈਕਸ ਨਹੀਂ, ਸਾਡਾ ਗ੍ਰੋਸ ਹੈਪੀਨੈਸ ਇੰਡੈਕਸ ਅਸੀਂ ਮੰਨਦੇ ਹਾਂ ਵੀ ਸਾਡੀ ਪਾਪੂਲੇਸ਼ਨ ਖੁਸ਼ ਕਿੰਨੀ ਹੈ। ਤਾਂ ਉਹ ਜਿਹੜਾ ਗਲਤ ਮਾਡਲ ਹੈ, ਜਿਹੜਾ ਕੰਜ਼ਿਊਮਰਿਜ਼ਮ 'ਤੇ ਬੇਸਡ ਹੈ, ਜਿਹੜਾ ਕਿ ਕੈਪੀਟਲਿਸਟ ਮਾਡਲ ਹੈ, ਜਿਹੜਾ ਕਿ ਪ੍ਰੋਫਿਟ ਵੱਧ ਤੋਂ ਵੱਧ ਚੀਜ਼ਾਂ ਨੂੰ ਖਰੀਦਣਾ ਅਤੇ ਉਹਨੂੰ ਪ੍ਰਮੋਟ ਕਰਦਾ, ਉਹ ਕਿਤੇ ਨਾ ਕਿਤੇ। ਦੂਜੀ ਗੱਲ ਸਿਟੀ ਬੇਸਡ ਤੁਹਾਡਾ ਮਾਡਲ ਹੈ। ਤੁਸੀਂ 50 ਸਾਲ ਤੋਂ 60 ਸਾਲ ਤੋਂ ਕਹਿ ਰਹੇ ਹੋ ਕਿ ਪਿੰਡਾਂ ਨੂੰ ਤਬਾਹ ਕਰ ਦਿਓ ਅਤੇ ਸ਼ਹਿਰ ਵਸਾ ਦਿਓ, ਪੈਜੈਂਟਰੀ ਨੂੰ ਉੱਥੋਂ ਪੱਟੋ ਅਤੇ ਸ਼ਹਿਰਾਂ 'ਚ ਵਸਾਓ। ਉਹ ਸਾਰਾ ਮਾਡਲ ਤੁਹਾਡਾ ਫੇਲ ਹੋ ਗਿਆ। ਕੋਈ ਇੰਪਲੋਇਮੈਂਟ ਨਹੀਂ ਹੈ ਉੱਥੇ, ਕੁਛ ਨਹੀਂ ਉੱਥੇ। ਸਲਮਸ ਬਣ ਰਹੀਆਂ ਸ਼ਹਿਰਾਂ ਦੇ ਅੰਦਰ, ਓਵਰ ਕਰਾਊਡਿੰਗ ਹੋ ਰਹੀ ਆ, ਗੰਦੇ ਸ਼ਹਿਰ ਨੇ, ਬਿਮਾਰੀਆਂ ਫੈਲਦੀਆਂ ਨੇ ਉੱਥੇ। ਪਿੰਡ ਜਿਹੜੇ ਤੁਸੀਂ ਤਬਾਹ ਕਰ ਰਹੇ ਹੋ, ਉਹ ਸਾਰਾ ਮਾਡਲ ਗਲਤ ਸਿੱਧ ਹੋ ਗਿਆ। ਇਹ ਐਕਚੁਅਲੀ ਮਾਡਲ ਗਲਤ ਹੈ। ਮਾਡਲ ਹੋਣਾ ਚਾਹੀਦਾ ਵਿਲੇਜ ਬੇਸਡ, ਪਿੰਡ ਕੇਂਦਰਿਤ ਹੋਵੇ, ਖੇਤੀ ਕੇਂਦਰਿਤ ਹੋਵੇ, ਔਰ ਖੇਤੀ 'ਚ ਇੰਪਲੋਇਮੈਂਟ ਹੈ, ਖੇਤੀ 'ਚ ਵਧੀਆ ਫੂਡ ਹੈ, ਖੇਤੀ 'ਚ ਵਧੀਆ ਸਮਾਜ ਹੈ, ਪਿੰਡ 'ਚ ਵਧੀਆ ਸਮਾਜ ਹੈ। ਉਹ ਜਿਹੜਾ ਮਾਡਲ ਤੁਹਾਡਾ ਗਲਤ ਪ੍ਰੂਵ ਹੋ ਗਿਆ, ਅਸਲ 'ਚ ਉਹ ਸਮੱਸਿਆ ਓਵਰ ਪਾਪੂਲੇਸ਼ਨ ਜਿਹੜੀ ਹੈ, ਉਹ ਸਮੱਸਿਆ ਨਹੀਂ ਹੈ। ਇੱਕ ਤੁਸੀਂ ਕੰਜ਼ੂਮ ਦੀ ਗੱਲ ਕੀਤੀ ਹੈ ਕਿ ਖਪਤ ਦੀ, ਕਿ ਜਿਹੜਾ ਮਨੁੱਖ ਹੈ ਇਹ ਕੀ ਖਪਤਕਾਰ ਹੈ ਕਿ ਪੈਦਾ ਕਰਨ ਵਾਲਾ ਹੈ? ਕਿਉਂਕਿ ਇਹ ਮੈਨੂੰ ਤਾਂ ਲੱਗਦਾ ਕਿ ਮਨੁੱਖ ਜਿਹੜਾ ਜੇ ਮਨੁੱਖ ਪੈਦਾ ਕਰਦਾ, ਇੱਕ ਮਨੁੱਖ ਜੇ ਪੈਦਾ ਕਰਦਾ 10 ਬੰਦਿਆਂ ਵਾਸਤੇ ਪੈਦਾ ਕਰਦਾ ਅਤੇ ਤਾਂ ਜਾ ਕੇ ਜਿਹੜਾ ਉਹ ਹੁੰਦਾ। ਪਰ ਇਹ ਤਾਂ
ਇਹ ਹੋਰ ਕਿਹਾ ਜਾ ਰਿਹਾ ਕਿ ਆਦਮੀ ਜਿਹੜਾ ਸਾਰਾ ਕੁਝ ਜਿਹੜੇ ਜਿੰਨੇ ਵਧੀ ਜਾ ਰਹੇ ਨੇ ਉਹਨੇ ਕਰਕੇ ਉਹ ਖਪਤ ਕਰੀ ਜਾ ਰਹੇ ਨੇ। ਬਿਲਕੁਲ, ਹਾਂ ਬਿਲਕੁਲ ਸਹੀ ਹੈ ਤੁਹਾਡੀ ਗੱਲ। ਮਨੁੱਖ ਜਿਹੜਾ ਹੈ, ਮਨੁੱਖ ਕੋਈ ਜਾਨਵਰ ਨਹੀਂ ਹੈ ਕਿ ਉਹ ਨੇਚਰ ਨੂੰ ਕੰਜ਼ਿਊਮ ਕਰਦਾ, ਮਨੁੱਖ ਪੈਦਾ ਕਰਦਾ। ਮਨੁੱਖ ਕੁਦਰਤ ਦੀ, ਪਰਮਾਤਮਾ ਦੀ ਐਸੀ ਸੁੰਦਰ ਕ੍ਰੀਏਸ਼ਨ ਹੈ ਕਿ ਮਨੁੱਖ ਆਪਣੇ ਦਿਮਾਗ ਦੇ ਨਾਲ ਦੇਖੋ ਕਿੱਥੋਂ ਦੇ ਕਿੱਥੇ ਚਲੇ ਗਏ ਅਸੀਂ। ਕਿੱਥੇ ਉਹ ਪੁਰਾਣਾ ਜ਼ਮਾਨਾ ਸੀ ਜਿੱਥੇ ਕਿ ਕੋਈ ਸੰਦ ਨਹੀਂ ਸੀ, ਕੋਈ ਸਾਧਨ ਨਹੀਂ ਸੀ, ਖੇਤੀ ਕਿੰਨੀ ਔਖੀ ਸੀਗੀ। ਅੱਜ ਹਰ ਚੀਜ਼ ਸੌਖੀ ਹੈ, ਹਰ ਚੀਜ਼ ਵਿਗਿਆਨ ਕਿੰਨਾ ਤਰੱਕੀ ਕਰ ਗਿਆ, ਫੂਡ ਪ੍ਰੋਡਕਸ਼ਨ ਕਿੰਨੀ ਸੌਖੀ ਹੋ ਗਈ ਆ। ਅੱਜ 25% ਫੂਡ ਤਾਂ ਤੁਸੀਂ ਆਪਣੇ ਘਰਾਂ 'ਚ ਗਮਲਿਆਂ 'ਚ ਪੈਦਾ ਕਰ ਸਕਦੇ ਹੋ। ਛੱਤਾਂ 'ਤੇ ਲੋਕ ਉੱਥੇ ਫਿਸ਼ਰੀਜ਼ ਬਣਾ ਕੇ ਬੈਠੇ ਆ, ਫਿਸ਼ ਪੌਂਡਸ ਬਣਾ ਕੇ ਬੈਠੇ ਆ। ਛੱਤਾਂ ਦੇ ਲੋਕ ਫੂਡ ਪੈਦਾ ਕਰੀ ਜਾ ਰਹੇ ਆ। ਤਾਂ ਔਰ ਮਨੁੱਖ ਜਿਹੜਾ ਹੈ ਉਹ ਆਪਣੇ ਲੋੜ ਨਾਲੋਂ 10 ਗੁਣਾ ਵੱਧ ਪੈਦਾ ਕਰ ਸਕਦਾ ਅੱਜ। ਤਾਂ ਮਨੁੱਖ ਤਾਂ ਜਿਹਨੂੰ ਕਹਿੰਦੇ ਅਸੈਟ ਹੈ, ਮਨੁੱਖ ਤਾਂ ਤੁਹਾਡਾ ਇੱਕ ਗਹਿਣਾ ਹੈ। ਤਾਂ ਮਨੁੱਖਤਾ ਜਿਹੜੀ ਹੈ, ਮਨੁੱਖਤਾ ਇੱਕ ਵਧੀਆ ਮਨੁੱਖ ਸਿਰਜਣਾ ਜਿਹੜਾ ਉਹ ਸਮਾਜ ਦਾ ਪਰਪਸ ਹੋਣਾ ਚਾਹੀਦਾ, ਨਾ ਕਿ ਉਹਨੂੰ ਗਾਲੀ ਗਲੋਚ ਕਰਨਾ ਅਤੇ ਉਹਨੂੰ ਕਹਿਣਾ ਵੀ ਤੂੰ ਤਾਂ ਸਾਡੇ ਧਰਤੀ 'ਤੇ ਬਰਡਨ ਹੈ। ਕੋਈ ਮਨੁੱਖ ਧਰਤੀ 'ਤੇ ਬਰਡਨ ਨਹੀਂ ਹੁੰਦਾ। ਇਹ ਪਰਮਾਤਮਾ ਦੀ ਕੁਦਰਤ ਦੀ ਹੱਦ ਤੱਕ ਹੈ, ਤੋਹੀਨ ਹੈ ਮਨੁੱਖ ਨੂੰ ਬਰਡਨ ਕਹਿਣਾ। ਮਨੁੱਖ ਕਦੀ ਵੀ ਬਰਡਨ ਨਹੀਂ ਹੁੰਦਾ। ਮਨੁੱਖ ਨੂੰ ਕੁਦਰਤ ਨੇ ਐਸਾ ਸਿਰਜਿਆ ਕਿ ਮਨੁੱਖ ਜਿਹੜਾ ਇਸ ਧਰਤੀ ਦਾ ਗਹਿਣਾ ਹੈ। ਅਤੇ ਜੇ ਮਨੁੱਖ ਨੂੰ ਸਹੀ ਰਸਤੇ ਪਾਇਆ ਜਾਵੇ, ਸਹੀ ਉਹਨੂੰ ਐਜੂਕੇਟ ਕੀਤਾ ਜਾਵੇ, ਸਹੀ ਕਿਸਮ ਦਾ ਮਨੁੱਖ ਪੈਦਾ ਕੀਤਾ ਜਾਵੇ, ਤਾਂ ਮਨੁੱਖ ਧਰਤੀ ਨੂੰ ਸਵਰਗ ਬਣਾ ਸਕਦਾ। ਉਹਦੇ ਅੰਦਰ ਇੰਨੀ ਸਮਰੱਥਾ ਹੈ। ਪਰ ਡਾਕਟਰ ਸਾਹਿਬ ਇਹ ਝੂਠ ਫੈਲਾਏ ਕਿਉਂ ਜਾ ਰਹੇ ਨੇ? ਇਹ ਫੈਲਾਏ ਇਸ ਕਰਕੇ ਜਾ ਰਹੇ ਹੈ ਕਿ ਜਿਹੜੀਆਂ ਸਾਧਨਾਂ ਦੀ ਵੰਡ ਇੰਨੀ ਕਾਣੀ ਹੈ ਕਿ ਟੌਪ 1% ਇਸ ਵੇਲੇ ਦੁਨੀਆ ਦੇ ਸਾਧਨਾਂ ਦੇ ਉੱਪਰ ਕਾਬਜ਼ ਹੋ ਗਿਆ। ਆਪਾਂ ਦੇਖ ਰਹੇ ਕਿੰਨੀਆਂ ਕਾਰਪੋਰੇਟਸ ਨੇ, ਵੱਡੇ ਵੱਡੇ ਘਰਾਣੇ ਨੇ, ਇਕੱਲੇ ਉਹੀ ਕਹਿੰਦੇ ਵੀ ਅਸੀਂ ਖੇਤੀ ਵੀ ਅਸੀਂ ਕਰਾਂਗੇ, ਵਪਾਰ ਵੀ ਅਸੀਂ ਕਰਾਂਗੇ, ਕਰਿਆਨਾ ਵੀ ਅਸੀਂ ਵੇਚਾਂਗੇ, ਮੂਲੀਆਂ ਗਾਜਰਾਂ ਵੇਚਣ ਦੇ ਵੀ ਆ ਗਏ ਵੀ ਦਾਨੀ ਮਾਨੀ ਕਹਿੰਦੇ ਮੂਲੀਆਂ ਗਾਜਰਾਂ ਵੀ ਅਸੀਂ ਵੇਚਾਂਗੇ। ਤਾਂ ਉਹ ਇੱਕ ਜਿਹੜੀ ਇੱਕ ਮਾਨਸਿਕਤਾ ਹੈ ਕਿ ਸਾਰਾ ਕੁਝ ਸਾਡੇ ਕੋਲ ਹੋਣਾ ਚਾਹੀਦਾ, ਸਾਰਾ ਕੁਝ ਅਸੀਂ ਜਿਹੜਾ ਉਹ 'ਤੇ ਕਬਜ਼ਾ ਕਰਕੇ ਰੱਖਣਾ। ਉਹ ਜਿਹੜੀ ਵਰਿੱਤੀ ਆ ਗਈ ਹੈ ਨਾ, ਉਹਦੀ ਜਿਹੜੀ ਟੈਂਡੈਂਸੀ ਆ ਗਈ ਹੈ, ਉਹਦੇ 'ਚ ਇਹਨੂੰ ਪਾਗਲਪਨ ਹੈ, ਉਹ ਮੈਡਨੈਸ ਹੈ ਕਿ ਅਸੀਂ ਹੈਗੇ ਹਾਂ, ਬਾਕੀ ਤਾਂ ਸਾਰੇ ਕੀੜੇ ਮਕੌੜੇ ਨੇ। ਤਾਂ ਉਹ ਜਦੋਂ ਤੁਸੀਂ ਦੂਜਿਆਂ ਨੂੰ ਕੀੜੇ ਮਕੌੜੇ ਸਮਝੋਗੇ ਤਾਂ ਉਹ ਆਫਟਰ ਆਲ ਉਹ ਵੀ ਤਾਂ ਮਨੁੱਖ ਨੇ, ਉਹ ਵੀ ਚੇਤਨ ਨੇ, ਉਹ ਔਰਗਨਾਈਜ਼ ਹੋ ਜਾਣਗੇ। ਉਹ ਕੱਲ੍ਹ ਨੂੰ ਤੁਹਾਡੇ ਇਸ ਸਿਸਟਮ ਨੂੰ ਚੈਲੰਜ ਕਰਨਗੇ। ਜੋ ਚੈਲੰਜ ਕਰਨਗੇ ਤਾਂ ਫਿਰ ਤੁਹਾਡੇ ਕੋਲ ਕੋਈ ਆਰਗੂਮੈਂਟ ਹੋਣਾ ਚਾਹੀਦਾ ਕਿ ਤੁਸੀਂ ਉਹਨਾਂ ਨੂੰ ਦੋਸ਼ੀ ਕਰਾਰ ਦੇ ਸਕੋ ਅਤੇ ਤੁਸੀਂ ਉਹਨਾਂ ਨੂੰ ਕਹਿ ਸਕੋ ਕਿ ਤੁਸੀਂ ਜ਼ਿੰਮੇਵਾਰ ਹੋ। ਤਾਂ ਉਹ ਕਿਤੇ ਨਾ ਕਿਤੇ ਇਹ ਹੈ ਕਿ ਉਹਨਾਂ ਨੂੰ ਇਸ ਆਰਗੂਮੈਂਟ ਦੇ ਥੱਲੇ ਲਿਆ ਕੇ ਉਹਨਾਂ ਨੂੰ ਦਬਾਉਣਾ, ਉਹਨਾਂ ਦੇ ਉੱਪਰ ਜ਼ੋਰ ਜ਼ਬਰਦਸਤੀ ਡੰਡੇ ਨਾਲ ਰਾਜ ਕਰਨਾ ਅਤੇ ਉਹਨਾਂ ਨੂੰ ਠੀਕ ਢੰਗ ਨਾਲ ਚੇਤਨ ਨਹੀਂ ਹੋਣ ਦੇਣਾ। ਉਹ ਰੋਕਣ ਵਾਸਤੇ ਇਹ ਸਾਰੇ ਆਰਗੂਮੈਂਟ ਘੜੇ ਜਾਂਦੇ ਆ ਕਿਤੇ ਨਾ ਕਿਤੇ। ਉਸੇ ਦੇ ਬੇਸ 'ਤੇ ਕਿਹਾ ਜਾਂਦਾ ਕਿ ਡੀਪੋਪੂਲੇਸ਼ਨ ਕਰਨੀ ਹੈ ਕਿ ਆਬਾਦੀ ਘਟਾਉਣੀ ਹੈ। ਘਟਾਉਣੀ ਕਿਹੜੀ ਆਬਾਦੀ ਹੈ? ਜਿਹੜੀ ਆਬਾਦੀ ਇਸ ਜਿਹੜਾ ਅਨਜਸਟ ਸਿਸਟਮ ਹੈ, ਜਿਹੜਾ ਕਿ 1% ਬੰਦੇ ਦੇ ਹੱਥ ਸਾਰਾ ਕੁਝ ਦੇ ਰਿਹਾ। ਜਿਹੜੇ ਅੱਜ ਦੇਖੋ ਬੈਂਕਾਂ ਦੇ ਬੈਂਕ ਵੇਚੇ ਜਾ ਰਹੇ ਹੈ, ਜੋ ਸਾਰਾ ਰੇਲਵੇ ਵੇਚਤਾ, ਉਹ ਸਭ ਕੁਝ ਵੇਚ ਕੇ ਕੁਛ ਬੰਦਿਆਂ ਦੇ ਹੱਥ ਦਿੱਤਾ। ਇਹ ਕੀ ਹੈ? ਤਾਂ ਇਹਦਾ ਮਤਲਬ ਉਸ ਸਿਸਟਮ ਨੂੰ ਕੋਈ ਚੈਲੰਜ ਕਰਨ ਵਾਲੀ ਸ਼ਕਤੀ ਖੜੀ ਨਾ ਹੋ ਸਕੇ, ਉਹਨੂੰ ਰੋਕਣ ਵਾਸਤੇ ਇਹੋ ਜਿਹੇ ਆਰਗੂਮੈਂਟ ਦਿੱਤੇ ਜਾਂਦੇ ਆ, ਇਹੋ ਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਔਰ ਬੜੀਆਂ ਗੰਭੀਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਆਬਾਦੀ ਐਕਚੁਅਲੀ ਬਿਮਾਰ ਹੋ ਜਾਏ ਜਾਂ ਮਰ ਜਾਏ ਜਾਂ ਉਹਨੂੰ ਕਿਸੇ ਤਰੀਕੇ ਮਾਰਿਆ ਜਾ ਸਕੇ। ਉਹ ਜਿਹੜਾ ਬਿਲ ਗੇਟਸ ਵਰਗੇ ਬੰਦੇ ਇਹ ਆਰਗੂਮੈਂਟ ਦਿੰਦੇ ਆ ਡੀਪੋਪੂਲੇਸ਼ਨ ਦਾ, ਉਹ ਇੱਥੇ ਕਰਕੇ ਦਿੰਦੇ ਆ ਕਿ ਉਹਨਾਂ ਨੇ ਆਪਣੀ ਮੁਖਾਲਫਤ ਖਤਮ ਕਰਨੀ ਹੈ, ਕਿ ਉਹ ਚਾਹੁੰਦੇ ਕਿ ਅਸੀਂ ਪੂਰਾ ਲਾਈਫ ਲੌਂਗ ਸਾਡੇ ਜਿਹੜੇ 1% ਟੌਪ ਰਿਚ ਨੇ ਸਿਰਫ ਉਹੀ ਦੁਨੀਆ ਦੇ ਰਾਜੇ ਆ, ਬਾਕੀ ਤਾਂ ਸਾਡੇ ਗੁਲਾਮ ਨੇ। ਉਹ ਸਾਡੀ ਗੁਲਾਮੀ ਤਾਂ ਕਰ ਸਕਦੇ ਆ ਲੇਕਿਨ ਉਹ ਆਪਣੇ ਹੱਕ ਨਹੀਂ ਮੰਗ ਸਕਦੇ। ਪਰ ਇਹ ਹੁਣ ਆਪਣੇ ਸਵਾਲ ਮਨ ਦੇ ਵਿੱਚ ਇਹ ਪੈਦਾ ਹੁੰਦਾ ਕਿ ਜਿੱਥੇ ਇਹ ਝੂਠ ਫੈਲਾਏ ਗਏ ਝੂਠ ਦਾ ਅਸਰ ਹੋਇਆ, ਉਹਨਾਂ ਦੇਸ਼ਾਂ ਦੇ ਵਿੱਚ ਕੀ ਹਾਲ ਹੈ? ਦੇਖੋ ਹਾਲ ਅਲੱਗ-ਅਲੱਗ ਹੈ। ਸਾਡੇ ਵਰਗੇ ਸਾਡਾ ਹਾਲ ਆਪਾਂ ਦੇਖ ਹੀ ਰਹੇ ਹਾਂ। ਸਾਡਾ ਹਾਲ ਆਪਾਂ ਦੇਖ ਰਹੇ ਹਾਂ ਕਿ ਜੇ ਈਵਨ ਤੁਸੀਂ ਸਕੂਲਾਂ 'ਚ ਪੜ੍ਹਾਇਆ ਜਾਂਦਾ ਵੀ ਆਬਾਦੀ ਬਹੁਤ ਵੱਡੀ ਸਮੱਸਿਆ ਹੈ, ਸਕੂਲ ਟੀਚਰ ਵੀ ਪੜ੍ਹਾਉਂਦਾ ਹੈ, ਉਸ ਝੂਠ ਦਾ ਸ਼ਿਕਾਰ ਹੋ ਗਿਆ ਨਾ। ਉਹ ਸਕੂਲ ਟੀਚਰ, ਕਾਲਜ ਟੀਚਰ, ਡਾਕਟਰ, ਸਾਰੇ ਮੈਡੀਕਲ ਪ੍ਰੋਫੈਸ਼ਨ ਦੇ ਉਹ ਜ਼ੋਰ ਜ਼ਬਰਦਸਤੀ ਉਹ ਮਾਵਾਂ ਦੀਆਂ ਟਵੈਕਟਮੀਆਂ ਕਰਦੇ ਆ, ਉਹਨਾਂ ਦੇ ਕਹਿੰਦੇ ਵੀ ਹਾਂ ਵੀ ਉਹ ਕਰੋ। 75 'ਚ ਜੋ ਹੋਇਆ ਸੀਗਾ ਜਬਰੀ ਨਸਬੰਦੀ ਕੀਤੀ ਸੀਗੀ, ਹੁਣ ਵੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਨਾ ਕੋਈ ਖਬਰਾਂ ਆਉਂਦੀਆਂ ਨੇ, ਕੋਈ ਨਾ ਕੋਈ ਇਹੋ ਜਿਹਾ ਹਾਂ ਨਹੀਂ ਉਹ ਈਵਨ ਇਹ ਤੁਹਾਡੇ ਜਿਹੜੇ ਵੈਕਸੀਨੇਸ਼ਨ ਦੇ ਨਾਂ 'ਤੇ 5 ਲੱਖ ਔਰਤਾਂ ਨੂੰ ਬੰਝ ਕੀਤਾ ਅਫਰੀਕਾ ਦੀਆਂ ਨੂੰ ਟੈਟਨਸ ਦੇ ਟੀਕੇ 'ਚ ਪਾ ਕੇ, ਜਿਹੜਾ ਗਲਤ ਦਵਾਈ ਪਾ ਕੇ। ਤਾਂ ਉਹ ਇੱਦਾਂ ਦੀਆਂ ਕੋਸ਼ਿਸ਼ਾਂ ਹੁਣ ਵੀ ਕੀਤੀਆਂ ਜਾ ਰਹੀਆਂ ਨੇ ਕਿ ਸਾਡਾ ਰਿਪਰੋਡਕਟਿਵ ਸਿਸਟਮ ਡੈਮੇਜ ਹੋ ਰਿਹਾ, ਔਰ ਰਿਪਰੋਡਕਟਿਵ ਸਿਸਟਮ ਤਾਂ ਆਲਰੇਡੀ ਡੈਮੇਜ ਹੋ ਰਿਹਾ ਗਲਤ ਮਾਡਲ ਕਰਕੇ, ਕਿਉਂਕਿ ਗਲਤ ਮਾਡਲ ਕਰਕੇ ਹਵਾ ਪਾਣੀ ਮਿੱਟੀ ਜਿਹੜੇ ਨੇ ਉਹ ਖਰਾਬ ਹੋ ਗਏ ਆ, ਔਰ ਸਾਡਾ ਰਿਪਰੋਡਕਟਿਵ ਸਿਸਟਮ ਤਾਂ ਇੰਨਾ ਡੈਮੇਜ ਹੋ ਗਿਆ ਕਿ ਬੱਚੇ ਪੈਦਾ ਨਹੀਂ ਹੋਣੇ। ਹੁਣ ਅਸੀਂ ਤਾਂ ਉਲਟ ਕਹਿ ਰਹੇ ਹਾਂ ਕਿ ਤੁਹਾਡਾ ਪ੍ਰਜਨਨ ਪ੍ਰਣਾਲੀ ਇੰਨੀ ਡੈਮੇਜ ਹੋ ਰਹੀ ਹੈ ਕਿ ਤੁਹਾਡੇ ਬੱਚੇ ਪੈਦਾ ਹੋਣੇ ਬੰਦ ਹੋ ਰਹੇ ਆ ਆਉਣ ਵਾਲੇ ਸਮੇਂ 'ਚ। ਤਾਂ ਇਸ ਕਰਕੇ ਇਹ ਜਿਹੜੇ ਆਰਗੂਮੈਂਟ ਨੇ ਇਹ ਬਹੁਤ ਹੀ ਜਿਹੜੇ ਨੇ ਝੂਠ 'ਤੇ ਆਧਾਰਿਤ ਨੇ। ਉਲਟਾ ਸਾਨੂੰ ਇਹ ਕਹਿਣਾ ਪੈਣਾ
ਕਿ ਸਾਡਾ ਰਿਪਰੋਡਕਟਿਵ ਸਿਸਟਮ ਇਸ ਢੰਗ ਨਾਲ ਬਚੇ ਕਿ ਸਾਡੇ ਬੱਚੇ ਪੈਦਾ ਹੋਣ। ਔਰ ਸਾਨੂੰ ਬੱਚਿਆਂ ਨੂੰ, ਕਪਲਸ ਨੂੰ ਵੀ ਅਪੀਲ ਕਰਨੀ ਪੈਣੀ ਹੈ ਕਿ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਜਿਹੜਾ ਸਮਾਜ ਸਿਰਜਿਆ ਹੈ ਉਹ ਪ੍ਰਮਾਤਮਾ ਦੀ ਕੁਦਰਤ ਦੀ ਇੱਕ ਬਹੁਤ ਸੁੰਦਰ ਇਕਾਈ ਹੈ, ਅਤੇ ਉਹਨੂੰ ਚੱਲਦਾ ਰੱਖਣ ਲਈ 2 ਬੱਚੇ ਪੈਦਾ ਕਰਨੇ ਬੇਹੱਦ ਜ਼ਰੂਰੀ ਨੇ, ਕਿਉਂਕਿ ਸਾਨੂੰ 2 ਮਾਂ-ਬਾਪ ਨੇ ਰਲ ਕੇ ਸਾਨੂੰ ਪੈਦਾ ਕੀਤਾ, 2 ਨੇ ਕੀਤਾ ਨਾ, ਅਤੇ ਸਾਡਾ ਵੀ ਫਰਜ਼ ਬਣਦਾ ਕਿ 2 ਅੱਗੇ ਅਸੀਂ ਇਹਨੂੰ ਕੰਟੀਨਿਊ, ਤਾਂ ਹੀ ਲਗਾਤਾਰਤਾ ਬਣੇਗੀ, ਨਹੀਂ ਤਾਂ ਉਹ ਜਿਹੜੀ ਲਗਾਤਾਰਤਾ ਟੁੱਟ ਜਾਏਗੀ ਅਤੇ ਸਮਾਜ ਜਿਹੜਾ ਬਿਖਰ ਜਾਏਗਾ। ਤੋ ਇਸ ਕਰਕੇ 2 ਬੱਚੇ ਪੈਦਾ ਕਰਨਾ ਹਰ ਵਿਅਕਤੀ ਦੀ ਮੋਰਲ ਧਾਰਮਿਕ ਰਿਸਪੋਂਸੀਬਿਲਿਟੀ ਹੈ ਕਿ 2 ਬੰਦੇ ਰਲ ਕੇ 2 ਬੱਚੇ ਪੈਦਾ ਜ਼ਰੂਰ ਕਰਨ, ਕਿਉਂਕਿ ਉਹਦੇ ਤੋਂ ਬਿਨਾਂ ਹੁਣ ਜਿਹੜਾ ਬੰਦਾ 2 ਬੱਚੇ ਪੈਦਾ ਨਹੀਂ ਕਰਦਾ ਉਹਨੂੰ ਸਗੋਂ ਦੋਸ਼ੀ ਕਹਿਣਾ ਚਾਹੀਦਾ ਕਿ ਵੀ ਤੂੰ ਜਿਹੜੀ ਕੁਦਰਤ ਦੀ ਦਿੱਤੀ, ਪਰਮਾਤਮਾ ਦੀ ਦਿੱਤੀ ਹੋਈ ਇੱਕ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕੀਤਾ। ਤੇਰੀ ਇਹ ਬਾਇਓਲੋਜੀਕਲ ਰਿਸਪੋਂਸੀਬਿਲਿਟੀ ਸੀਗੀ ਕਿ ਤੈਨੂੰ 2 ਬੰਦਿਆਂ ਰਲ ਕੇ ਪੈਦਾ ਕੀਤਾ ਸੀ, ਤਾਂ ਤੂੰ ਅੱਗੇ 2 ਪੈਦਾ ਕਰੇ ਤਾਂ ਕਿ ਉਹ ਲਗਾਤਾਰ ਬਣੀ ਰਹੇ। ਤੋ ਇਸ ਕਿਸਮ ਦਾ ਜਿਹੜਾ ਸਾਨੂੰ ਇੱਕ ਨਵਾਂ ਵੈਲਿਊ ਸਿਸਟਮ ਦੇਣਾ ਪਏਗਾ ਕਿ ਬੱਚੇ ਪੈਦਾ ਕਰਨਾ ਇੱਕ ਬਹੁਤ ਹੀ ਪਵਿੱਤਰ ਕੰਮ ਹੈ। ਉਹ ਮਨੁੱਖਤਾ ਦੀ ਲਗਾਤਾਰਤਾ ਵਾਸਤੇ, ਮਨੁੱਖਤਾ ਨੂੰ ਜਿਉਂਦਾ ਰੱਖਣ ਲਈ 2 ਬੱਚੇ ਪੈਦਾ ਕਰਨੇ ਬੇਹੱਦ ਜ਼ਰੂਰੀ ਨੇ। ਜਿਹੜੇ ਰਿਸ਼ਤੇ ਖਤਮ ਹੋ ਰਹੇ ਨੇ ਸਮਾਜ ਦੇ ਵਿੱਚੋਂ, ਮਾਮੀਆਂ, ਮਾਮੇ, ਚਾਚੇ, ਤਾਏ ਜਿਹੜੇ ਨੇ, ਇਹ ਉਹੀ ਇਸੇ ਦਾ ਕਾਰਨ ਹੈ। ਉਹ ਇੱਕ ਫੈਕਟਰ ਉਹ ਵੀ ਹੈਗਾ, ਇੱਕ ਫੈਕਟਰ ਉਹ ਵੀ ਹੈ, ਬਸ ਪਲੱਸ ਦੂਜੇ ਫੈਕਟਰ ਨੇ ਕਿ ਅਸੀਂ ਜਿਹੜਾ ਕੰਜ਼ਿਊਮਰ ਬੇਸਡ ਹੋ ਗਏ ਕਿ ਅਸੀਂ ਸਾਨੂੰ ਸਿਰਫ ਇੱਕੋ ਗੱਲ ਹੀ ਚੰਗੀ ਚਾਹੀਦੀ ਵੀ ਵੱਧ ਤੋਂ ਵੱਧ ਚੀਜ਼ਾਂ ਖਰੀਦੋ ਅਤੇ ਵੱਧ ਤੋਂ ਵੱਧ ਵਰਤੋ, ਬਾਕੀ ਰਿਸ਼ਤੇ ਜਿਹੜੇ ਨੇ ਉਹ ਪਿੱਛੇ ਚਲੇ ਗਏ ਹੋਏ ਆ। ਹੋ ਗਏ ਅਸੀਂ ਖੁਸ਼ੀ ਦਾ ਇੰਡੈਕਸ ਬਣਾ ਲਿਆ ਨਾ ਕਿ ਖੁਸ਼ੀ ਜਿਹੜੀ ਹੈ ਸਾਨੂੰ ਚੀਜ਼ਾਂ ਵਰਤਣ 'ਚ ਮਿਲਦੀ ਹੈ, ਉਹ ਆਰਜੀ ਤੌਰ 'ਤੇ ਹੁੰਦੀ ਹੈ। ਉਹ ਮਿਥ ਬਲਾਸਟ ਹੋ ਰਿਹਾ ਹੁਣ ਲੋਕਾਂ ਦਾ। ਉਹ ਨਵੀਂ ਜਿੱਥੇ ਅਮੀਰੀ ਆਉਂਦੀ ਆ, ਇੱਕ ਵਾਰੀ ਇਹ ਗਲਤਫਹਿਮੀ ਹੁੰਦੀ ਹੈ ਕਿ ਸ਼ਾਇਦ ਜੇ ਅਸੀਂ ਵੱਧ ਤੋਂ ਵੱਧ ਕੋਠੀ ਬਣਾ ਲਾਂਗੇ, ਕਾਰਾਂ ਲੈ ਲਾਂਗੇ ਅਤੇ ਖੁਸ਼ ਹੋ ਜਾਵਾਂਗੇ। ਉਹ ਪਤਾ ਲੱਗ ਜਾਂਦਾ ਵੀ ਜਦੋਂ ਕੋਠੀਆਂ ਕਾਰਾਂ ਵੀ ਆ ਜਾਂਦੀਆਂ ਤਾਂ ਵੀ ਬੰਦੇ ਮਾਨਸਿਕ ਰੋਗੀ ਨੇ, ਉਹ ਵੀ ਸੁਸਾਈਡ ਕਰੀ ਜਾਂਦੇ ਆ। ਤੁਸੀਂ ਕਿੰਨੇ ਬੰਦੇ ਦੇਖਦੇ ਹੋ, ਕਿੰਨੇ ਵੈਲ ਟੂ ਡੂ ਬੰਦੇ ਜਿਹੜੇ ਨੇ ਉਹਨਾਂ ਦੇ ਘਰਾਂ 'ਚ ਵੀ ਸੁਸਾਈਡ ਹੈਗੇ ਨੇ, ਉਹਨਾਂ ਦੇ ਘਰਾਂ 'ਚ ਵੀ ਮਾਨਸਿਕ ਬਿਮਾਰੀਆਂ ਨੇ। ਤੋ ਇਸ ਕਰਕੇ ਖੁਸ਼ੀ ਜਿਹੜੀ ਆ ਉਹਦਾ ਕੰਜ਼ਿਊਮਰਿਜ਼ਮ ਨਾਲ ਨਹੀਂ ਤਾਲੁਕ, ਉਹਦਾ ਸਮਾਜ ਨਾਲ ਅਤੇ ਸੱਭਿਆਚਾਰ ਨਾਲ ਤਾਲੁਕ ਹੈ। ਤੋ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ। ਔਰ ਉਹ ਸੱਭਿਆਚਾਰ ਦੇ ਵਿੱਚ ਇਹ ਵੀ ਇੱਕ ਜ਼ਰੂਰੀ ਹੋਣਾ ਚਾਹੀਦਾ ਕਿ ਹਰ ਦੰਪਤੀ ਨੂੰ, ਹਰ ਜੋੜੇ ਨੂੰ 2 ਬੱਚੇ ਪੈਦਾ ਕਰਨੇ ਜ਼ਰੂਰੀ ਹੋਣੇ ਚਾਹੀਦੇ ਆ। ਸੋ ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਅੱਜ ਉਹ ਜਾਣਕਾਰੀ ਦਿੱਤੀ ਹੈ ਜਿਹੜੀ ਸ਼ਾਇਦ ਜਿਸ ਦੇ ਨਾਲ ਤੁਸੀਂ ਸਾਰੇ ਸਹਿਮਤ ਤਾਂ ਹੋਵੋਗੇ, ਲੇਕਿਨ ਅੱਜ ਤੱਕ ਉਹ ਸੱਚਾਈ ਤੁਹਾਨੂੰ ਪਤਾ ਨਹੀਂ ਹੈ। ਇਹ ਉਹ ਸੱਚਾਈ ਹੈ ਜਿਸ ਨੇ ਸਾਡੇ ਸਮਾਜ ਦੇ ਵਿੱਚੋਂ ਮਨੁੱਖਤਾ ਨੂੰ ਖਤਮ ਕਰਨ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ, ਅਤੇ ਇਸ ਦਾ ਮੁਕਾਬਲਾ ਆਪਾਂ ਤਾਂ ਹੀ ਕਰ ਸਕਦੇ ਹਾਂ ਜੇਕਰ ਆਪਾਂ ਇਹਨਾਂ ਜਾਣਕਾਰੀਆਂ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਅੱਗੇ ਤੋਂ ਅੱਗੇ ਫੈਲਾਵਾਂਗੇ ਅਤੇ ਇਹਦੇ ਉੱਤੇ ਅਸਰ ਅਮਲ ਕਰਾਂਗੇ ਜੋ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੇ ਸੁਝਾਅ ਦਿੱਤੇ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਅਤੇ ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।